अस्सलाम वालेकुम, वेलकम टू हॉरर डिस्कशंस। फ्रेंड्स, आज मैं आपको फिर से अंकल शहबाज उर्फ अंकल कालू की एक हॉरर स्टोरी सुनाने वाली हूँ और ये स्टोरी भी मैं आपको अंकल शहबाज के अंदाज़ में ही पंजाबी में सुनाऊंगी। तो फ्रेंड्स, अगर आपने अंकल शहबाज की पहले वाली स्टोरी नहीं सुनी है तो ज़रूर सुनिएगा, आपको ज़रूर पसंद आएगी। स्टोरी शुरू करने से पहले फ्रेंड्स, अगर आपने मेरे चैनल को सब्सक्राइब नहीं किया है तो प्लीज़ मेरे चैनल को सब्सक्राइब कर लीजिए और लाइक, शेयर और कमेंट करना बिल्कुल मत भूलिएगा। और फ्रेंड्स, आप भी अगर कोई अपनी हॉरर स्टोरी हमारे साथ शेयर करना चाहते हैं तो आप इस ईमेल पर अपनी हॉरर स्टोरी सेंड कर सकते हैं। कोई 2009-10 की गल है ਜਦੋਂ ਇਹ ਵਾਕਿਆ ਮੇਰੇ ਨਾਲ ਪੇਸ਼ ਆਇਆ ਸੀ ਤੇ ਜੂਨ ਜੁਲਾਈ ਦੀ ਸਖਤ ਗਰਮੀ ਸੀ ਤੇ ਇੱਕ ਕਾਲਜ ਦੇ ਮੁੰਡਿਆਂ ਨੇ ਮੇਰੀ ਗੱਡੀ ਬੁੱਕ ਕਰਾਈ। ਉਹਨਾਂ ਨੂੰ ਮਰੀ ਲੈ ਕੇ ਜਾਣਾ ਸੀ ਤੇ ਉਹਨਾਂ ਦਿਨਾਂ 'ਚ ਗੱਡੀ ਚਲਾ ਕੇ ਮੇਰੀ ਕਮਰ ਦੇ ਮੋਹਰੇ ਹਿੱਲ ਗਏ ਸੀ ਤੇ ਮੇਰੀ ਕਮਰ 'ਚ ਬੜੀ ਦਰਦ ਹੁੰਦੀ ਸੀ। ਤੇ ਮੇਰਾ ਇੱਕ ਦੋਸਤ ਮੇਰੇ ਕੋਲ ਆਇਆ, ਮੈਂ ਉਹਨੂੰ ਕਿਹਾ ਯਾਰ ਕੋਈ ਮਸ਼ਵਰਾ ਦੇ, ਮੇਰੀ ਕਮਰ 'ਚ ਬੜੀ ਦਰਦ ਰਹਿੰਦੀ ਏ, ਮੇਰੇ ਕੋਲੋਂ ਸੁੱਤਾ ਵੀ ਨਹੀਂ ਜਾਂਦਾ ਤੇ ਫਿਰ ਸਵੇਰੇ ਮੈਂ ਬੁਕਿੰਗ ਵੀ ਲੈ ਕੇ ਜਾਣੀ ਹੁੰਦੀ ਏ ਤੇ ਐਵੇਂ ਕਿਤੇ ਠੁੱਕ ਜਾਵਾਂਗਾ, ਗੱਡੀ ਮਰਵਾ ਲਿਆਂਗਾ ਤੇ ਮੇਰਾ ਵੀ ਨੁਕਸਾਨ ਤੇ ਗੱਡੀ ਦਾ ਵੀ ਨੁਕਸਾਨ। ਤੇ ਮੈਨੂੰ ਤੂੰ ਇੰਝ ਕਰ, ਕੋਈ ਇਲਾਜ ਦੱਸ। ਮੈਂ ਬੜੇ ਇਲਾਜ ਡਾਕਟਰ ਹਕੀਮ ਸਾਰੇ ਵੇਖ ਲਿੱਤੇ ਨੇ, ਕੋਈ ਆਰਾਮ ਨਹੀਂ ਆਇਆ ਤੇ ਕੁਛ ਹੁਣ ਤੂੰ ਦੱਸ, ਮਸ਼ਵਰਾ ਦੇ ਕੋਈ। ਤੇ ਮੇਰਾ ਜਿਹੜਾ ਦੋਸਤ ਸੀ ਨਾ, ਉਹਨੇ ਕਿਹਾ ਯਾਰ ਇੱਕ ਸ਼ੈ ਹੈਗੀ ਏ, ਉਹ ਜੇ ਤੂੰ ਖਾ ਲਿੱਤੀ ਨਾ ਤੇ ਤੇਰੀਆਂ ਸਾਰੀਆਂ ਦਰਦਾਂ ਗਾਇਬ ਹੋ ਜਾਣੀਆਂ ਨੇ। ਪਰ ਉਹ ਸ਼ੈ ਲਿਆਣਾ ਤੇ ਉਹ ਸ਼ਾਇਦ ਜਿੱਥੋਂ ਮਿਲਦੀ ਹੈ ਉੱਥੇ ਜਾਣਾ ਬੜਾ ਮੁਸ਼ਕਿਲ ਕੰਮ ਹੈਗਾ। ਤੇ ਮੈਂ ਉਹਨੂੰ ਕਿਹਾ ਕਾਲੂ ਵਾਸਤੇ ਕੋਈ ਕੰਮ ਮੁਸ਼ਕਿਲ ਨਹੀਂ ਹੈਗਾ, ਤੂੰ ਮੈਨੂੰ ਦੱਸ ਤੇ ਬਸ ਹੁਣ ਮੈਂ ਉਹ ਸ਼ੈ ਲੈ ਕੇ ਹੀ ਆਵਾਂਗਾ। ਤੇ ਉਹਨੂੰ ਮੈਨੂੰ ਦੱਸਿਆ ਕਿ ਇਹ ਸ਼ੈ ਲੈਣ ਵਾਸਤੇ ਨਾ ਤੈਨੂੰ ਕਿਸੇ ਪਹਾੜੀ ਇਲਾਕੇ ਜਾਣਾ ਪਏਗਾ। ਮੈਂ ਕਿਹਾ ਲੈ ਕੋਈ ਗੱਲ ਹੀ ਨਹੀਂ ਹੈਗਾ, ਅਗਲੇ ਹਫਤੇ ਮੈਂ ਮਰੀ ਚੱਲਾਂ ਬੁਕਿੰਗ ਲੈ ਕੇ, ਉੱਥੇ ਪਹਾੜ ਨੇ, ਤੂੰ ਬਸ ਮੈਨੂੰ ਸ਼ੈ ਦੱਸ ਤੇ ਮੈਨੂੰ ਪਤਾ ਦੱਸ ਉਹ ਕਿਵੇਂ ਲੱਭਣੀ ਹੈ। ਤੇ ਉਹਨੇ ਮੈਨੂੰ ਕਿਹਾ ਉਹ ਸ਼ੈ ਦਾ ਨਾਂ ਸਲਾਜ਼ੀਰ ਹੁੰਦਾ ਹੈ ਤੇ ਇਹ ਸਲਾਜ਼ੀਰ ਜਿਹੜੀ ਹੁੰਦੀ ਹੈ ਨਾ, ਇੱਕ ਕਿਸਮ ਦਾ ਪਹਾੜਾਂ ਦਾ ਪਸੀਨਾ ਹੁੰਦਾ ਹੈ। ਇਹ ਕੋਈ ਗੂੰਦ ਜੀ ਪਹਾੜਾਂ ਤੋਂ ਲੱਥੀ ਦੀ ਏ ਤੇ ਉਹਦੇ ਵਿੱਚ ਨਾ ਬੜੀ ਤਾਕਤ ਹੁੰਦੀ ਏ। ਜੇ ਤੂੰ ਇੱਕ ਵਾਰੀ ਉਹ ਸਲਾਜ਼ੀਰ ਖਾ ਲਿੱਤੀ ਨਾ ਤੇ ਤੇਰੀ ਸਿਰ ਤੋਂ ਲੈ ਕੇ ਪੈਰ ਤੱਕ ਸਾਰੀਆਂ ਦਰਦਾਂ ਗਾਇਬ ਹੋ ਜਾਂਦੀਆਂ ਨੇ। ਪਰ ਇੱਕ ਮੁਸ਼ਕਿਲ ਹੈਗੀ ਏ, ਜਿੱਥੋਂ ਇਹ ਸਲਾਜ਼ੀਰ ਲੱਭਦੀ ਏ ਨਾ, ਪਹਾੜਾਂ ਤੋਂ ਜਿੱਥੋਂ ਲੱਥਦੀ ਏ, ਉੱਥੇ ਜਿੰਨ ਤੇ ਪਰੀਆਂ ਬੜੀਆਂ ਹੁੰਦੀਆਂ ਨੇ ਤੇ ਜਿਵੇਂ ਇਹ ਸਲਾਜ਼ੀਰ ਲੱਥਦੀ ਏ ਨਾ, ਉਹ ਜਿੰਨ ਤੇ ਪਰੀਆਂ ਇਹ ਸਲਾਜ਼ੀਰ ਤੇ ਹਮਲਾ ਕਰ ਦਿੰਦੀਆਂ, ਉਹ ਖਾ ਜਾਂਦੀਆਂ ਨੇ ਇਹਨੂੰ। ਤੇ ਉੱਥੇ ਕਿਸੇ ਬੰਦੇ ਦਾ ਜਾ ਕੇ ਸਲਾਜ਼ੀਰ ਲੈ ਕੇ ਆਉਣਾ ਬੜਾ ਖਤਰੇ ਵਾਲਾ ਕੰਮ ਹੈਗਾ। ਤੇ ਮੈਂ ਉਹਨੂੰ ਕਿਹਾ ਕੋਈ ਗੱਲ ਹੀ ਨਹੀਂ, ਕਾਲੂ ਤੋਂ ਵੱਡਾ ਕੋਈ ਜਿੰਨ ਨਹੀਂ, ਮੈਂ ਤੇ ਹੁਣ ਸਲਾਜ਼ੀਰ ਲੈ ਕੇ ਹੀ ਆਊਂਗਾ। ਤੇ ਅਗਲੇ ਹਫਤੇ ਜਿਹੜਾ ਮੈਂ ਮੁੰਡਿਆਂ ਨੂੰ ਬਾਇਆ ਤੇ ਬੁਕਿੰਗ ਲੈ ਕੇ ਮੈਂ ਪਹੁੰਚ ਗਿਆ ਮਰੀ। ਹੁਣ ਮਰੀ ਗਏ ਅਸੀਂ, ਸ਼ਾਮ ਨੂੰ ਉੱਥੇ ਪਹੁੰਚੇ ਤੇ ਮੈਂ ਆਰਾਮ ਕੀਤਾ, ਖਾਣਾ ਖੂਨਾ ਖਾਤਾ ਤੇ ਮੈਂ ਫਿਰ ਜਾ ਕੇ ਸੌਣ ਦੀ ਕੀਤੀ। ਮੈਂ ਹੁਣ ਪਲਾਨ ਬਣਾਇਆ ਸੀ ਕਿ ਮੈਂ ਸਵੇਰੇ ਸਵੇਰੇ ਜਾਣਾ, ਵੇਲੇ ਉੱਠਣਾ ਤੇ ਮੈਂ ਜਾਣਾ ਪਹਾੜਾਂ ਨੂੰ ਲੱਭਣਾ ਸਲਾਜ਼ੀਰ, ਜਿੱਥੋਂ ਲੱਭੀ ਨਾ ਮੈਂ ਲੈ ਕੇ ਆ ਜਾਣਾ ਤੇ ਫਿਰ ਇਹ ਮੁੰਡਿਆਂ ਨੂੰ ਲੈ ਕੇ ਸੈਰਾਂ ਸੂਰਾਂ ਕਰਾਉਂਦਾ ਰਹਾਂਗਾ। ਹੁਣ ਮੈਂ ਉੱਠ ਗਿਆ ਸਵੇਰੇ ਸਵੇਰੇ ਰੋਜ਼ਾਨਾ ਵੇਲੇ ਤੇ ਮੈਂ ਨਮਾਜ਼ ਨਮੂਜ਼ ਪੜ੍ਹੀ, ਚਾਬੀ ਫੜੀ ਤੇ ਗੱਡੀ ਕੱਢ ਲਿੱਤੀ। ਮੈਂ ਹੁਣ ਗੱਡੀ ਲੈ ਕੇ ਚੱਲਾਂ, ਪਹਾੜ ਲੱਭਦਾ ਫਿਰਦਾ ਵਾਂ। ਮੈਂ ਸੋਚਿਆ ਸੀ ਕੋਈ ਵੱਡਾ, ਜਿਹੜਾ ਸਭ ਤੋਂ ਵੱਡਾ ਪਹਾੜ ਹੋਣਾ ਹੈ, ਉੱਥੇ ਮੈਂ ਜਾ ਕੇ ਸਲਾਜ਼ੀਰ ਲੱਭਣੀ ਹੈ। ਤੇ ਮੈਂ ਵਾਹਵਾ ਪਹਾੜ ਵੇਖੇ, ਮੈਨੂੰ ਕੋਈ ਪਹਾੜ ਚੰਗਾ ਨਹੀਂ ਵੱਡਾ ਨਹੀਂ ਲੱਗਦਾ ਪਿਆ ਸੀ। ਤੇ ਇੱਕ ਪਹਾੜ ਮੈਂ ਵੇਖਿਆ, ਬਹੁਤ ਵੱਡਾ ਪਹਾੜ ਸੀ। ਮੈਂ ਕਿਹਾ ਲੈ ਬਈ ਕਾਲੂ, ਇੱਥੋਂ ਹੀ ਤੈਨੂੰ ਸਲਾਜ਼ੀਰ ਲੱਭਣੀ ਹੈ। ਮੈਂ ਗੱਡੀ ਰੋਕੀ ਪਿੱਛੇ ਤੇ ਮੈਂ ਅੱਗੇ ਗਿਆ ਪਹਾੜ ਦੇ ਕੋਲ। ਮੈਂ ਸੋਚਿਆ ਹੁਣ ਪਹਾੜ ਦੇ ਉੱਤੇ ਚੜ੍ਹਦਾ ਹੌਲੀ ਹੌਲੀ ਤੇ ਹੁਣ ਵੇਖਦੇ ਹਾਂ ਕਿ ਸਲਾਜ਼ੀਰ ਲੱਭਦੀ ਕਿ ਨਹੀਂ ਲੱਭਦੀ। ਮੈਂ ਪਹਾੜ ਦੇ ਉੱਤੇ ਚੜ੍ਹਨਾ ਸ਼ੁਰੂ ਕਰਤਾ। ਹਲੇ ਮੈਂ ਥੋੜ੍ਹਾ ਜਿਹਾ ਹੀ ਉੱਤੇ ਚੜ੍ਹਿਆ ਸੀ ਕਿ ਮੈਨੂੰ ਇੱਕਦਮ ਨਾ, ਜਿਵੇਂ ਵੱਡੇ ਵੱਡੇ ਕੋਈ ਪਰਿੰਦੇ ਨਹੀਂ ਹੁੰਦੇ, ਉਹਨਾਂ ਦੀ ਪਰਾਂ ਦੀ ਆਵਾਜ਼ ਆਉਣ ਲੱਗ ਗਈ। ਮੈਂ ਕਿਹਾ ਇਹ ਕੀ ਹੋ ਰਿਹਾ ਹੈ? ਤੇ ਥੋੜ੍ਹੀ ਦੇਰ ਬਾਅਦ ਹੀ ਨਾ ਬੜੀ ਅਜੀਬ ਜਿਹੀਆਂ ਆਵਾਜ਼ਾਂ ਆਉਣ ਲੱਗੀਆਂ, ਜਿਵੇਂ ਕਿਤੇ ਜੰਗ ਨਹੀਂ ਹੁੰਦੀ ਪਈ, ਤਲਵਾਰਾਂ ਚੱਲਦੀਆਂ ਪਈਆਂ ਹੋਣ, ਪਤਾ ਨਹੀਂ ਅਜੀਬ ਜਿਹੀਆਂ ਆਵਾਜ਼ਾਂ ਆਉਣ ਲੱਗ ਪਈਆਂ। ਮੈਂ ਤਾਂ ਡਰ ਗਿਆ, ਮੈਂ ਭੱਜਿਆ ਵਾਪਸ ਤੇ ਮੈਂ ਨਾ ਉੱਥੇ ਇੱਕ ਵੱਡਾ ਜਿਹਾ ਦਰਖਤ ਸੀ, ਉਹਦੇ ਪਿੱਛੇ ਲੁੱਕ ਗਿਆ ਜਾ ਕੇ। ਹੁਣ ਲੁੱਕ ਕੇ ਮੈਂ ਸਾਰਾ ਮੰਜ਼ਰ ਵੇਖਿਆ ਆਪਣੀ ਅੱਖਾਂ ਨਾਲ। ਉੱਥੇ 6-7 ਕੋਈ ਨਾ ਵੱਡੇ ਵੱਡੇ ਕਾਲੇ ਸ਼ਾਹ, ਵੱਡੇ ਵੱਡੇ ਪਰਾਂ ਵਾਲੇ ਅਜੀਬ ਜਿਹੀਆਂ ਸ਼ੈਵਾਂ ਸੀ। ਉਹ ਪਰਿੰਦੇ ਵੀ ਨਹੀਂ ਸੀ, ਉਹ ਇਨਸਾਨ ਵੀ ਨਹੀਂ ਸੀ, ਉਹ ਅਜੀਬ ਜਿਹੀ ਜਿੰਨ ਟਾਈਪ ਸੀ ਚੀਜ਼ਾਂ ਸੀ। ਤੇ ਇੱਕ ਸਾਈਡ ਨਾ ਸ਼ੀਸ਼ੇ ਵਰਗੀਆਂ ਚਮਕਦਾਰ ਸ਼ੈਵਾਂ, ਉਹਨਾਂ ਦੇ ਵੀ ਵੱਡੇ ਵੱਡੇ ਪਰ ਸੀ ਤੇ ਉਹ ਆਪਸ ਵਿੱਚ ਨਾ ਲੜਦੇ ਪਏ ਸੀ। ਮੈਂ ਕਿਹਾ ਲੈ ਵੀ ਕਾਲੂ, ਇਹ ਹੋ ਨਾ ਉਹ ਤੇ ਸਲਾਜ਼ੀਰ ਦੇ ਪਿੱਛੇ ਲੜਦੇ ਪਏ ਨੇ ਤੇ ਜਿੰਨ ਤੇ ਪਰੀਆਂ ਆਪਸ ਵਿੱਚ ਲੜੀ ਪੈਂਦੇ ਨੇ। ਤੇ ਹੁਣ ਕਾਲੂ ਤੈਨੂੰ ਤਾਂ ਸਲਾਜ਼ੀਰ ਨਹੀਂ ਲੱਭਣੀ, ਇਹਨਾਂ ਦੇ ਇਸ ਤੋਂ ਪਹਿਲੇ ਕਿ ਇਹ ਤੈਨੂੰ ਕੁੱਟਣ ਬਹਿ ਜਾਂਦੇ, ਤੂੰ ਜਿਹੜਾ ਨਾ ਇੱਥੋਂ ਭੱਜ। ਹਲੇ ਮੈਂ ਭੱਜਣ ਦਾ ਸੋਚ ਹੀ ਰਿਹਾ ਸੀ ਨਾ ਕਿ ਮੈਨੂੰ ਪਿੱਛੋਂ ਦੀ ਕਿਸੇ ਨੇ ਆ ਕੇ ਮੇਰੀ ਧੌਣ ਤੇ ਇੰਨੀ ਜ਼ੋਰ ਦੀ ਚਪੇੜ ਮਾਰੀ ਨਾ ਕਿ ਮੇਰਾ ਤੇ ਹਸ਼ਰ ਹੋ ਗਿਆ। ਮੈਂ ਤੇ ਹਿੱਲ ਗਿਆ ਪੂਰਾ ਦਾ ਪੂਰਾ, ਮੈਂ ਕੰਬਣ ਸ਼ੁਰੂ ਹੋ ਗਿਆ। ਕਿੰਨੇ ਮੈਨੂੰ ਚਪੇੜ ਮਾਰਤੀ। ਪਿੱਛੇ ਮੁੜ ਕੇ ਵੇਖਿਆ, ਪਿੱਛੇ ਕੋਈ ਵੀ ਨਹੀਂ। ਹੁਣ ਮੈਂ ਜਦੋਂ ਭੱਜਣ ਲੱਗਿਆ ਨਾ ਤੇ ਫਿਰ ਮੇਰੇ ਤੇ ਚਪੇੜਾਂ ਦੀ ਬਾਰਿਸ਼ ਹੋ ਗਈ, ਇੱਕ ਦੇ ਬਾਅਦ ਇੱਕ ਚਪੇੜ, ਇੱਥੋਂ ਚਪੇੜ ਪੈ ਰਹੀ, ਉੱਥੋਂ ਚਪੇੜ ਪੈ ਰਹੀ, ਮੇਰੇ ਸਿਰ ਤੇ, ਮੇਰੇ ਮੂੰਹ ਤੇ, ਮੇਰੀ ਕਮਰ ਤੇ ਇੰਨੀਆਂ ਚਪੇੜਾਂ ਪਈਆਂ। ਮੈਂ ਤੇ ਫਿਰ ਅੱਲਾ ਦਾ ਨਾਂ ਲੈ ਕੇ ਜਿਹੜੀ ਦੌੜ ਲਾਈ, ਮੈਂ ਭੱਜਿਆ। ਫਿਰ ਮੈਂ ਸਿੱਧਾ ਬੈਠਾ ਗੱਡੀ 'ਚ।
ਗੱਡੀ ਦੀ ਮੈਂ ਸਪੀਡ 300 ਦੀ ਕੀਤੀ ਤੇ ਮੈਂ ਭੱਜਿਆ, ਫੌਰਨ ਮੈਂ ਹੋਟਲ ਪਹੁੰਚ ਗਿਆ। ਹੋਟਲ ਪਹੁੰਚ ਕੇ ਮੈਂ ਵੇਖਿਆ ਮੁੰਡੇ ਸਾਰੇ ਉੱਠੇ ਸੀ, ਨਾਸ਼ਤਾ ਨੂਸ਼ਤਾ ਕਰਦੇ ਪਏ ਸੀ। ਉਹਨਾਂ ਨੇ ਮੈਨੂੰ ਵੇਖ ਕੇ ਕਿਹਾ, ਅੰਕਲ ਕਾਲੂ ਆਪ ਸੁਬह सुबह कहाँ चले गए थे। ਮੈਂ ਕਿਹਾ ਬਈ ਮੇਰੇ ਕੋਲ ਹਲੇ ਕੁਛ ਵੀ ਨਾ ਪੁੱਛੋ। ਮੈਂ ਸਿੱਧਾ ਕਮਰੇ 'ਚ ਗਿਆ, ਦਰਵਾਜ਼ਾ ਬੰਦ ਕੀਤਾ ਤੇ ਮੈਂ ਬਹਿ ਗਿਆ ਬੈੱਡ ਦੇ ਉੱਤੇ ਤੇ ਮੇਰੇ ਤੇ ਹੋਸ਼ ਉੜੇ ਪਏ ਨੇ। ਮੈਂ ਕੰਬੀ ਜਾਂਦਾ, ਮੈਨੂੰ ਸਮਝ ਹੀ ਨਹੀਂ ਆਉਂਦੀ ਮੇਰੇ ਨਾਲ ਹੋ ਕੀ ਗਿਆ। ਮੇਰਾ ਪੂਰਾ ਜਿਸਮ ਐਵੇਂ ਦਰਦ ਹੋ ਰਿਹਾ, ਚਪੇੜਾਂ ਮੈਨੂੰ ਚੰਗੀਆਂ ਪਈਆਂ ਸੀ ਤੇ ਮੈਂ ਹੁਣ ਉੱਥੇ 2 ਘੰਟੇ ਵਾਸਤੇ ਉੱਥੇ ਲੰਮਾ ਪੈ ਗਿਆ। ਮੈਨੂੰ ਹੁਣ ਕੁਝ ਸਮਝ ਨਹੀਂ ਆ ਰਹੀ, ਮੇਰੇ ਸਾਰੇ ਹੋਸ਼ ਗਵਾਚੇ ਪਏ ਨੇ। ਫਿਰ ਵਾਵਾ ਮੈਂ 2 ਘੰਟੇ ਬਾਅਦ ਉੱਠਿਆ, ਮੈਂ ਪਾਣੀ ਸ਼ਾਨੀ ਪੀਤਾ, ਨਾਸ਼ਤਾ ਨੂਸ਼ਤਾ ਕੀਤਾ। ਫਿਰ ਮੈਂ ਥੋੜ੍ਹਾ ਜਿਹਾ ਹੌਲਾ ਹੋਇਆ ਤੇ ਫਿਰ ਮੈਂ ਕਿਸੇ ਨੂੰ ਕੁਛ ਨਹੀਂ ਦੱਸਿਆ। ਤੇ ਮੈਂ ਫਿਰ ਉੱਥੇ ਜਿਹੜਾ ਆਪਣਾ ਕੰਮ ਸੀ ਹੁਣ ਉਹ ਤਾਂ ਮੈਂ ਕਰਨਾ ਹੀ ਸੀ ਨਾ। ਪਰ ਮੈਂ ਇੱਕ ਚੀਜ਼ ਸੋਚ ਲਈ, ਭਾਈ ਮੈਨੂੰ ਨਹੀਂ ਚਾਹੀਦੀ ਸਲਾਜ਼ੀਰ। ਮੈਂ ਐਵੇਂ ਜਿਵੇਂ ਮੈਂ ਹੈਗਾ ਨਾ ਐਵੇਂ ਮੈਂ ਗੁਜ਼ਾਰ ਲਵਾਂਗਾ ਜ਼ਿੰਦਗੀ, ਤੇ ਹੁਣ ਮੈਂ ਇਹੋ ਜਿਹਾ ਪੰਗਾ ਨਹੀਂ ਲੈਣਾ। ਫਿਰ ਮੈਂ ਜਦੋਂ ਉੱਥੋਂ ਵਾਪਸ ਆਇਆ ਲਾਹੌਰੋਂ ਫਿਰ ਮੈਂ ਸਿੱਧਾ ਜਿਹੜਾ ਨਾ ਆਪਣੇ ਉਸ ਦੋਸਤ ਦੇ ਕੋਲ ਗਿਆ। ਫਿਰ ਉਹਨੂੰ ਜਾ ਕੇ ਮੇਰੀ ਜਿਹੜੀ ਫੈਂਟੀ ਲਾਈ, ਮੈਂ ਉਹਦੀ ਜਿਹੜੀ ਤੋਨੀ ਲਾਈ, ਉਹਨੂੰ ਮੈਂ ਇੰਨਾ ਮਾਰਿਆ, ਜਿੰਨੀਆਂ ਮੈਨੂੰ ਚਪੇੜਾਂ ਪਈਆਂ ਸੀ ਨਾ ਉਹ ਡਬਲ ਮੈਨੂੰ ਚਪੇੜਾਂ ਮਾਰੀਆਂ। ਮੈਂ ਕਿਹਾ ਤੂੰ ਕਿਹੜੇ ਮੈਨੂੰ ਪੁੱਠੇ ਕੰਮਾਂ 'ਤੇ ਲਾ ਦਿੱਤਾ, ਤੂੰ ਮੈਨੂੰ ਨਾ ਪੁੱਠੇ ਕੰਮ 'ਤੇ ਲਾਉਂਦਾ ਨਾ ਮੈਨੂੰ ਚਪੇੜਾਂ ਨਾ ਪੈਂਦੀਆਂ ਇੰਨੀਆਂ। ਉਹ ਫਿਰ ਰੋਣ ਲੱਗ ਪਿਆ, ਯਾਰ ਕਾਲੂ ਮਾफ़ ਕਰ ਦੇ, ਅੱਜ ਤੋਂ ਬਾਅਦ ਤੈਨੂੰ ਇਹੋ ਜਿਹਾ ਮਸ਼ਵਰਾ ਨਹੀਂ ਦੇਵਾਂਗਾ। ਫਿਰ ਮੈਨੂੰ ਚੰਗਾ ਕੁੱਟਿਆ ਜਦੋਂ, ਫਿਰ ਮੈਨੂੰ ਸਕੂਨ ਆਇਆ। ਤੇ ਫਿਰ ਇਸ ਵਾਕਿਏ ਦੇ ਕੁਛ ਅਰਸੇ ਬਾਅਦ ਮੈਨੂੰ 1-2 ਬੰਦਿਆਂ ਨੇ ਸਰਜੀਰ ਲਿਆ ਕੇ ਵੀ ਦਿੱਤੀ, ਲੇਕਿਨ ਉਹ 2 ਨੰਬਰ ਨਿਕਲੀ, ਉਹਦੇ ਕੋਲ ਮੈਨੂੰ ਕੋਈ ਫ਼ਰਕ ਨਹੀਂ ਪਿਆ। ਤੇ ਇਹ ਜਿਹੜਾ ਵਾਕਿਆ ਮੇਰੇ ਨਾਲ ਹੋਇਆ ਸੀ ਨਾ, ਜਿਹੜੀਆਂ ਮੈਨੂੰ ਚਪੇੜਾਂ ਪਈਆਂ ਸੀ ਉਹ ਮੈਨੂੰ ਹਲੇ ਤੱਕ ਨਹੀਂ ਭੁੱਲਦੀਆਂ, ਹਲੇ ਵੀ ਮੈਨੂੰ ਯਾਦ ਨੇ। ਉਹ ਇਨਸਾਨਾਂ ਦੀਆਂ ਚਪੇੜਾਂ ਸੀ, ਇੰਨੀ ਭਾਰੀ ਚਪੇੜਾਂ ਸੀ ਨਾ ਜਿਵੇਂ ਉਹ ਜਿੰਨ ਤੇ ਭੂਤ ਹੀ ਮਾਰ ਸਕਦੇ ਸੀ। ਤੇ ਉਸ ਜਗ੍ਹਾ 'ਤੇ ਮੈਂ ਆਪਣੀਆਂ ਅੱਖਾਂ ਨਾਲ ਜਿੰਨ ਤੇ ਪਰੀਆਂ ਨੂੰ ਵੇਖਿਆ ਸੀ ਤੇ ਉਹਨਾਂ ਨੂੰ ਲੜਦੇ ਹੋਏ ਵੇਖਿਆ ਸੀ। ਤੇ ਉਹਨਾਂ ਦੀ ਆਵਾਜ਼ ਇੰਨੀ ਖੌਫਨਾਕ ਸੀ ਨਾ ਕਿ ਤੁਸੀਂ ਸੋਚ ਨਹੀਂ ਸਕਦੇ। ਤੇ ਇਹ ਮੇਰੀ ਕਹਾਣੀ ਸੀ। ਤੇ ਉਹ 2-3 ਹੋਰ ਵੀ ਹਲੇ ਮੇਰੀ ਕਹਾਣੀਆਂ ਹੈਗੀਆਂ ਨੇ ਜਿਹੜੀਆਂ ਮੇਰੇ ਨਾਲ ਮੈਂ ਜਿੰਨ ਸ਼ਿਨ ਵੇਖੇ ਸੀ। ਤੇ ਜੇ ਤੁਹਾਨੂੰ ਇਹ ਵਾਲੀ ਕਹਾਣੀ पसंद आएगी तो फिर मैनू लाइक करके दसना, तो मैं फिर ਤੁਹਾਨੂੰ अगलियाँ कहानियाँ भी सुनावांगा। चलो फिर अल्लाह हाफिज़। तो फ्रेंड्स, ये थी हमारी आज की स्टोरी, अंकल कालू की स्टोरी। अगर आप लोगों को पसंद आई हो तो ज़रूर इसको स्टोरी को ज़्यादा से ज़्यादा लाइक और कमेंट कीजिएगा। अगर आप अंकल कालू की और भी स्टोरी सुनना चाहते हैं तो इस स्टोरी को ज़्यादा से ज़्यादा लाइक एंड कमेंट कीजिएगा और मेरे चैनल को सब्सक्राइब ज़रूर कर लीजिएगा। और अगर आप अपनी स्टोरी भी कोई शेयर करना चाहते हैं तो आप इस ईमेल पर अपनी स्टोरी शेयर कर सकते हैं। फ्रेंड्स, अब मिलेंगे किसी नई स्टोरी के साथ कल, तब तक के लिए अल्लाह हाफिज़।